ਵੈਲਕਮ ਸਟੂਡੈਂਟਸ। ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਅਸੀਂ ਗੱਲ ਕਰਾਂਗੇ 10th ਕਲਾਸ ਦੇ NTSC ਦੇ ਬੇਸ ਲਾਈਨ ਟੈਸਟ ਬਾਰੇ, ਜੋ ਕਿ ਹੋਇਆ 31 ਮਾਰਚ 2021 ਨੂੰ। ਅੱਜ ਅਸੀਂ ਇਸ ਦਾ ਦੇਖਾਂਗੇ ਸੋਲਿਊਸ਼ਨ। ਮੈਨੂੰ ਉਮੀਦ ਹੈ ਕਿ ਤੁਹਾਡਾ ਸਾਰਿਆਂ ਦਾ ਇਹ ਟੈਸਟ ਬਹੁਤ ਵਧੀਆ ਹੋਇਆ ਹੋਵੇਗਾ। ਪਰ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ, ਸੋ ਦੈਟ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਨੂੰ ਜਲਦ ਤੋਂ ਜਲਦ ਮਿਲ ਸਕਣ। ਤਾਂ ਸ਼ੁਰੂ ਕਰਦੇ ਹਾਂ ਫਿਰ ਆਪਾਂ ਫਸਟ ਕੁਐਸਚਨ ਦੇ ਨਾਲ। ਪਹਿਲਾਂ ਸੀ ਮੈਂਟਲ ਐਬਿਲਿਟੀ ਦਾ ਪੋਰਸ਼ਨ। ਹਾਂਜੀ, ਪਹਿਲਾ ਕੁਐਸਚਨ ਸੀ ਕਿ ਆਪਾਂ ਸਹੀ ਆਪਸ਼ਨ ਚੁਣਨੀ ਸੀ। ਇਹਨਾਂ ਦੇ ਵਿੱਚੋਂ ਆਪਣੇ ਕੋਲ ਇੱਕ ਰਿਲੇਸ਼ਨ ਦਿੱਤਾ ਹੋਇਆ ਸੀ ਸਟੂਡੈਂਟ ਦਾ, ਜੋ ਕਹਿੰਦਾ ਟੀਚਰ ਦੇ ਨਾਲ ਰਿਲੇਸ਼ਨ ਹੈ, ਉਹੀ ਰਿਲੇਸ਼ਨ ਪਲੇਅਰ ਦਾ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਦੇ ਨਾਲ ਹੋਏਗਾ? ਕ੍ਰਿਕਟ ਨਾਲ, ਮੈਚ ਨਾਲ, ਗੇਮ ਨਾਲ ਕਿ ਕੋਚ ਨਾਲ। ਹਾਂਜੀ, ਜਿਵੇਂ ਟੀਚਰ ਅਤੇ ਸਟੂਡੈਂਟ ਦਾ ਗੁਰੂ ਅਤੇ ਚੇਲੇ ਵਾਲਾ ਰਿਲੇਸ਼ਨ ਹੈ, ਉਸੇ ਤਰ੍ਹਾਂ ਪਲੇਅਰ ਦੇ ਲਈ ਉਹਦਾ ਜਿਹੜਾ ਗੁਰੂ ਹੁੰਦਾ ਉਹ ਹੁੰਦਾ ਕੋਚ। ਸੋ ਇਹਦੇ ਵਿੱਚੋਂ ਜਿਹੜੀ ਕੋਚ ਹੈ ਯਾਨੀ ਕਿ ਚੌਥੀ ਓਪਸ਼ਨ ਇਹ ਸਹੀ ਓਪਸ਼ਨ ਬਣੇਗੀ ਆਪਣੇ ਕੋਲ। ਨੈਕਸਟ ਸੈਕਿੰਡ 'ਤੇ ਆਉਂਦੇ ਹਾਂ। ਅਗਲੇ ਦੇ ਵਿੱਚ ਵੀ ਆਪਣੇ ਕੋਲ ਇੱਕ ਰਿਲੇਸ਼ਨ ਹੈ ਅਤੇ ਆਪਾਂ ਨਵਾਂ ਜਿਹੜਾ ਰਿਲੇਸ਼ਨ ਹੈ ਉਹਨੂੰ ਕੰਪਲੀਟ ਕਰਨਾ ਹੈ। ਹਾਂਜੀ, ਜੋ ਕਹਿੰਦਾ ਟੇਬਲ ਦਾ ਰਿਲੇਸ਼ਨ ਹੈ ਵੁੱਡ ਦੇ ਨਾਲ, ਲੱਕੜ ਦੇ ਨਾਲ, ਉਹੀ ਸ਼ਰਟ ਦਾ ਇਹਨਾਂ ਚਾਰਾਂ 'ਚੋਂ ਕਿਸ ਦੇ ਨਾਲ ਹੋਏਗਾ? ਹਾਂਜੀ, ਸ਼ਰਟ ਦਾ ਰਿਲੇਸ਼ਨ ਹੋਏਗਾ ਉਹੀ ਕਲੋਥ ਦੇ ਨਾਲ, ਕਿਉਂਕਿ ਜਿਹੜਾ ਟੇਬਲ ਹੈ ਉਹ ਲੱਕੜ ਤੋਂ ਬਣਦਾ ਹੈ ਅਤੇ ਸ਼ਰਟ ਹੈ ਜਿਹੜੀ ਉਹ ਕਲੋਥ ਯਾਨੀ ਕਿ ਕੱਪੜੇ ਤੋਂ ਬਣਦੀ ਹੈ। ਸੋ ਇਹਦੇ ਵਿੱਚੋਂ ਚੌਥੀ ਓਪਸ਼ਨ ਹੋਏਗੀ ਸਹੀ। ਹਾਂਜੀ, ਅੱਗੇ ਆਉਂਦੇ ਹਾਂ ਥਰਡ ਕੁਐਸਚਨ 'ਤੇ। ਥਰਡ ਕੁਐਸਚਨ ਸੀ ਕਿ ਇਹਨਾਂ ਦੇ ਵਿੱਚੋਂ ਆਪਾਂ ਸਹੀ ਓਪਸ਼ਨ ਚੁਣਨੀ ਸੀ। ਕਹਿੰਦਾ ਜੋ ਏਰੀਆ ਦਾ ਰਿਲੇਸ਼ਨ ਹੈ 2 ਡਾਇਮੈਂਸ਼ਨ ਦੇ ਨਾਲ। ਹਾਂਜੀ, ਏਰੀਆ ਯਾਨੀ ਖੇਤਰਫਲ, 2 ਡਾਇਮੈਂਸ਼ਨ ਯਾਨੀ ਕਿ ਦੋ ਪਸਾਰੀ। ਇਹਦਾ ਮਤਲਬ ਇਹ ਹੋਇਆ ਕਿ ਦੋ ਪਸਾਰੀ ਜਿਹੜੀਆਂ ਆਕ੍ਰਿਤੀਆਂ ਹੁੰਦੀਆਂ ਨੇ, ਯਾਨੀ ਕਿ ਵਰਗ ਹੋ ਗਿਆ, ਚੱਕਰ ਹੋ ਗਿਆ, ਆਇਤ ਹੋ ਗਈ, ਇਹਨਾਂ ਸਾਰੀਆਂ ਦਾ ਆਪਾਂ ਕੱਢਦੇ ਹਾਂ ਖੇਤਰਫਲ। ਅਤੇ ਜੇਕਰ ਆਪਾਂ ਵੋਲਿਊਮ ਦੀ ਗੱਲ ਕਰੀਏ ਤਾਂ ਉਹ ਫਿਰ ਕਿਹੜੀਆਂ ਆਕ੍ਰਿਤੀਆਂ ਤੋਂ ਮਿਲਦਾ ਆਪਾਂ ਨੂੰ? ਕਿਹੜੀਆਂ ਆਕ੍ਰਿਤੀਆਂ ਦੇ ਲਈ ਆਪਾਂ ਵੋਲਿਊਮ ਯਾਨੀ ਕਿ ਆਇਤਨ ਦੀ ਗੱਲ ਕਰਦੇ ਹਾਂ? ਹਾਂਜੀ, ਅਸੀਂ 3 ਪਸਾਰੀ ਜਿਹੜੀਆਂ ਆਕ੍ਰਿਤੀ ਹੁੰਦੀਆਂ ਨੇ ਜਿਹਦੇ ਵਿੱਚ ਲੰਬਾਈ, ਚੌੜਾਈ ਅਤੇ ਉਚਾਈ ਇਸ ਤਰ੍ਹਾਂ ਆਪਣੇ ਕੋਲ 3 ਡਾਇਮੈਂਸ਼ਨ ਹੁੰਦੇ ਨੇ, ਉਹਨਾਂ ਦੇ ਲਈ ਅਸੀਂ ਉਹਨਾਂ ਦਾ ਆਇਤਨ ਕੱਢਦੇ ਹਾਂ ਯਾਨੀ ਕਿ ਵੋਲਿਊਮ ਕੱਢਦੇ ਹਾਂ। ਸੋ ਇਹਦਾ ਆਨਸਰ ਆਉਣਾ ਸੀ ਆਪਣੇ ਕੋਲ 3 ਡਾਇਮੈਂਸ਼ਨ ਯਾਨੀ ਕਿ 3 ਪਸਾਰੀ। ਸੋ ਤੀਜੀ ਓਪਸ਼ਨ ਇਹਦੇ ਵਿੱਚੋਂ ਕਰੈਕਟ ਓਪਸ਼ਨ ਸੀ। ਅੱਗੇ ਚੌਥਾ ਕੁਐਸਚਨ ਸੀ ਫਾਈਂਡ ਦਾ ਨੈਕਸਟ ਨੰਬਰ ਆਫ ਦਾ ਸੀਰੀਜ਼। ਸੀਰੀਜ਼ ਆ ਗਈਆਂ। ਸੀਰੀਜ਼ ਦੇ ਵਿੱਚ ਅਗਲਾ ਜਿਹੜਾ ਨੰਬਰ ਹੈ ਉਹ ਆਪਾਂ ਪਤਾ ਕਰਨਾ ਸੀ। ਹਾਂਜੀ, 0, 6, 24, 61, 20, 210 ਇਹ ਕਿਸ ਤਰ੍ਹਾਂ ਦੀ ਸੀਰੀਜ਼ ਚੱਲਦੀ ਪਈ ਹੈ? ਇਹਦੇ ਵਿੱਚ ਜਿਹੜਾ ਆਪਣੇ ਕੋਲ ਪੈਟਰਨ ਸੀ ਆਪਾਂ ਉਹ ਦੇਖਦੇ ਹਾਂ। 0 ਆਉਂਦਾ ਆਪਣੇ ਕੋਲ 1 ਦੇ ਕਿਊਬ ਦੇ ਵਿੱਚੋਂ 1 ਨੂੰ ਸਬਟਰੈਕਟ ਕਰਕੇ। 6 ਆਉਂਦਾ ਫਿਰ ਆਪਣੇ ਕੋਲ 2 ਦਾ ਕਿਊਬ 8, ਉਹਦੇ ਵਿੱਚੋਂ 2 ਨੂੰ ਹੀ ਸਬਟਰੈਕਟ ਕਰੀਏ ਤਾਂ ਮਿਲਦਾ 6। ਫਿਰ ਅੱਗੇ 3 ਦਾ ਕਿਊਬ 27, ਉਹਦੇ ਵਿੱਚੋਂ 3 ਨੂੰ ਸਬਟਰੈਕਟ ਕਰੀਏ ਤਾਂ ਮਿਲਦਾ 24। ਅਤੇ ਅੱਗੇ ਫਿਰ 60 ਆਉਂਦਾ ਜਿਹੜਾ ਉਹ 4 ਦੇ ਕਿਊਬ ਦੇ ਵਿੱਚੋਂ 4 ਨੂੰ ਸਬਟਰੈਕਟ ਕਰਕੇ ਆਉਂਦਾ ਹੈ। ਅਤੇ 5 ਦੇ ਕਿਊਬ ਦੇ ਵਿੱਚੋਂ 5 ਨੂੰ ਸਬਟਰੈਕਟ ਕਰੀਏ ਤਾਂ ਆਉਂਦਾ 120। ਇਸੇ ਤਰ੍ਹਾਂ 6 ਦੇ ਕਿਊਬ ਦੇ ਵਿੱਚੋਂ 6 ਨੂੰ ਸਬਟਰੈਕਟ ਕਰੀਏ ਤਾਂ ਆਉਂਦਾ 6 ਦਾ ਕਿਊਬ 216, ਉਹ 'ਚੋਂ 6 ਸਬਟਰੈਕਟ ਕਰੀਏ ਤਾਂ 210। ਇਹਦਾ ਮਤਲਬ ਅਗਲਾ ਜਿਹੜਾ ਮਿਲੇਗਾ ਉਹ ਆਪਾਂ ਨੂੰ 7 ਦੇ ਕਿਊਬ 'ਚੋਂ 7 ਨੂੰ ਸਬਟਰੈਕਟ ਕਰਕੇ ਆਨਸਰ ਮਿਲਣਾ ਚਾਹੀਦਾ ਹੈ। 7 ਦਾ ਕਿਊਬ ਹੁੰਦਾ 343, ਉਹਦੇ ਵਿੱਚੋਂ 7 ਨੂੰ ਘਟਾਵਾਂਗੇ ਤਾਂ ਆਪਣੇ ਕੋਲ ਆ ਜਾਏਗਾ 336। ਸੋ ਇਹਦੇ ਲਈ 336 ਯਾਨੀ ਕਿ ਦੂਜੀ ਓਪਸ਼ਨ ਕਰੈਕਟ ਓਪਸ਼ਨ ਸੀ। ਹਾਂਜੀ, ਅੱਗੇ ਆਉਂਦੇ ਹਾਂ ਫਿਰ ਆਪਾਂ 5th ਕੁਐਸਚਨ 'ਤੇ। 5th ਕੁਐਸਚਨ ਸੀ ਫਾਈਂਡ ਦਾ ਨੈਕਸਟ ਨੰਬਰ। ਇਹਦੇ ਵਿੱਚ ਵੀ ਆਪਾਂ ਜਿਹੜੀ ਸੀਰੀਜ਼ ਹੈ ਉਹ ਕੰਪਲੀਟ ਕਰਨੀ ਸੀ। 3, 6, 18, 72 ਅਤੇ ਅੱਗੇ ਕੀ ਹੋਏਗਾ? ਹਾਂਜੀ, 3 ਤੋਂ 6 ਮਿਲਦਾ 2 ਨਾਲ ਮਲਟੀਪਲਾਈ ਕਰਕੇ। 6 ਤੋਂ 18 ਮਿਲਦਾ 3 ਨਾਲ ਮਲਟੀਪਲਾਈ ਕਰਕੇ। 18 ਤੋਂ 72 ਮਿਲਦਾ 4 ਨਾਲ ਮਲਟੀਪਲਾਈ ਕਰਕੇ। ਇਹਦਾ ਮਤਲਬ ਅਗਲਾ ਨੰਬਰ 72 ਨੂੰ 5 ਨਾਲ ਮਲਟੀਪਲਾਈ ਕਰਕੇ ਮਿਲੇਗਾ, ਜੋ ਕਿ ਆਏਗਾ 360 ਆਪਣੇ ਕੋਲ। ਸੋ ਆਹ ਸੀ ਪੈਟਰਨ ਅਤੇ 360 ਬਣਨਾ ਸੀ ਆਪਣਾ ਆਨਸਰ। ਸੋ ਇਹਦੇ ਲਈ ਪਹਿਲੀ ਓਪਸ਼ਨ ਹੈ ਜਿਹੜੀ ਉਹ ਕਰੈਕਟ ਓਪਸ਼ਨ ਸੀ। ਅੱਗੇ 6th ਕੁਐਸਚਨ ਸੀ ਵਿਚ ਫਿਗਰ ਵਿਲ ਰਿਪਲੇਸ ਦਾ ਕੁਐਸਚਨ ਮਾਰਕ ਸਾਈਨ ਇਨ ਦਾ ਫੋਲੋਇੰਗ ਪੈਟਰਨ। ਇਹਦੇ ਵਿੱਚ ਜੋ ਪੈਟਰਨ ਉਹਦੇ ਵਿੱਚ ਕੁਐਸਚਨ ਮਾਰਕ ਦੀ ਜਗ੍ਹਾ 'ਤੇ ਇਹਨਾਂ 'ਚੋਂ ਕਿਹੜੀ ਫਿਗਰ ਆਏਗੀ? ਹਾਂਜੀ, ਫਿਗਰ ਕਿਸ ਤਰ੍ਹਾਂ ਦੀ ਹੈ ਪਹਿਲਾਂ ਆਪਾਂ ਦੇਖਦੇ ਹਾਂ। ਬਾਹਰ ਕਿੰਨੀਆਂ ਆਪਣੇ ਕੋਲ ਲਾਈਨਸ ਨੇ? 1 2 3 4 5 6। ਬਾਹਰ 6 ਲਾਈਨਸ ਨੇ, 6 ਭੁਜ ਹੈ ਹੈਕਸਾਗਨ, ਅਤੇ ਅੰਦਰ ਨੇ ਇੱਕ ਘੱਟ 1 2 3 4 5 ਲਾਈਨਸ। ਅਤੇ ਉਸ ਤੋਂ ਬਾਅਦ ਬਾਹਰ 5 ਰਹਿ ਗਈਆਂ, ਯਾਨੀ ਬਾਹਰ ਇੱਕ ਲਾਈਨ ਘੱਟ ਗਈ, ਅਤੇ ਅੰਦਰ ਵੀ 1 2 3 4 ਇੱਕ ਲਾਈਨ ਘੱਟ ਗਈ, ਅਤੇ ਜਿਹੜਾ ਇੱਕ ਪਾਸਾ ਖੁੱਲ੍ਹਾ ਹੀ ਹੈ। ਸੋ ਇਸੇ ਪੈਟਰਨ ਦੇ ਅਕੋਰਡਿੰਗ 6 ਤੋਂ 5 ਹੋਈਆਂ, ਬਾਹਰ ਫਿਰ 5 ਤੋਂ 4 ਹੋ ਗਈਆਂ, ਅਤੇ ਅੰਦਰ ਫਿਰ ਅੱਗੇ 4 ਤੋਂ 3 ਰਹਿ ਗਈਆਂ। ਤਾਂ ਇਹਦਾ ਮਤਲਬ ਅੱਗੇ ਬਾਹਰ 4 ਨੇ ਜਿਹੜੀਆਂ ਉਹਨਾਂ ਦੀ ਜਗ੍ਹਾ ਬਾਹਰ ਰਹਿ ਜਾਣਗੀਆਂ 3। ਇਹਦਾ ਮਤਲਬ ਟਰਾਇੰਗਲ ਮਿਲੇਗੀ ਆਪਾਂ ਨੂੰ ਬਾਹਰ। ਅਤੇ ਅੰਦਰਲੇ ਪਾਸੇ
ਇੱਥੇ 3 ਸੀਗੀਆਂ ਤਾਂ ਅੰਦਰ 2 ਲਾਈਨਸ ਹੋਣਗੀਆਂ ਅਤੇ ਇੱਕ ਸਿਰਾ ਆਪਣੇ ਕੋਲ ਖੁੱਲ੍ਹਾ ਹੋਏਗਾ, ਉਹ ਜੁੜਿਆ ਨਹੀਂ ਹੋਏਗਾ। ਅਤੇ ਡੀ ਆਪਸ਼ਨ ਦੇ ਵਿੱਚ ਆਪਣੇ ਕੋਲ ਬਾਹਰ ਟ੍ਰਾਇੰਗਲ ਵੀ ਹੈ ਅਤੇ ਅੰਦਰ 2 ਲਾਈਨਸ ਨੇ ਅਤੇ ਇੱਕ ਖੁੱਲ੍ਹਾ ਵੀ ਹੈ, ਇਹ ਜੁੜਿਆ ਨਹੀਂ ਹੋਇਆ। ਸੋ ਡੀ ਆਪਸ਼ਨ ਇਹਦੇ ਵਿੱਚੋਂ ਜਿਹੜੀ ਹੈ ਉਹ ਸਹੀ ਆਪਸ਼ਨ ਬਣੇਗੀ ਆਪਣੇ ਕੋਲ। ਸੋ ਚੌਥੀ ਆਪਸ਼ਨ ਡੀ ਹੈ ਜਿਹੜੀ ਉਹ ਕਰੈਕਟ ਆਪਸ਼ਨ ਆਏਗੀ ਇਸ ਕੁਐਸਚਨ ਦੇ ਲਈ। ਹਾਂਜੀ, ਅੱਗੇ ਆਉਂਦੇ ਹਾਂ 7th ਕੁਐਸਚਨ 'ਤੇ। ਫਾਈਂਡ ਦਾ ਓਡ ਵਨ ਆਊਟ ਫਰੋਮ ਦਾ ਆਪਸ਼ਨਸ। ਇਹਨਾਂ ਦੇ ਵਿੱਚੋਂ ਅਲੱਗ ਹੈ ਜਿਹੜਾ ਉਹ ਚੁਣਨਾ ਹੈ। ਇਹਨਾਂ ਨੂੰ ਦੇਖਦੇ ਹਾਂ। 100, 121, 25, 36, 81, 64, 81। ਹਾਂਜੀ, ਇਹਨਾਂ ਤੋਂ ਤੁਸੀਂ ਥੋੜ੍ਹਾ ਆਈਡੀਆ ਤੁਹਾਨੂੰ ਹੋ ਗਿਆ ਹੋਏਗਾ ਕਿ ਇਹ ਸਕੁਏਅਰਸ ਨੇ ਆਪਣੇ ਕੋਲ। 10 ਦਾ ਸਕੁਏਅਰ, 11 ਦਾ ਸਕੁਏਅਰ, 5 ਦਾ ਸਕੁਏਅਰ, 6 ਦਾ ਸਕੁਏਅਰ, ਇੱਥੇ ਇਹ 8 ਦਾ ਸਕੁਏਅਰ, 9 ਦਾ ਸਕੁਏਅਰ, ਇੱਥੇ 9 ਦਾ ਸਕੁਏਅਰ ਅਤੇ ਉਹਦੇ ਨਾਲ ਆਪਣੇ ਕੋਲ ਅੱਗੇ ਹੈ 90। ਹੁਣ ਇਹਨਾਂ ਦੇ ਵਿੱਚ ਲਗਾਤਾਰ ਸਕੁਏਅਰਸ ਨੇ, 10 ਦਾ, 11 ਦਾ, 5 ਦਾ, 6 ਦਾ, 8 ਦਾ, 9 ਦਾ, ਅਤੇ ਇਹਦੇ ਵਿੱਚ ਵੀ 9 ਦੇ ਸਕੁਏਅਰ ਦੇ ਨਾਲ ਫਿਰ ਇਹਦਾ ਮਤਲਬ 10 ਦਾ ਸਕੁਏਅਰ ਹੋਣਾ ਚਾਹੀਦਾ ਸੀ, ਪਰ ਇਹ 90 ਤਾਂ 10 ਦਾ ਸਕੁਏਅਰ ਹੈ ਜਿਹੜਾ ਉਹ ਨਹੀਂ ਹੁੰਦਾ। ਇਸ ਲਈ ਆਪਣੇ ਕੋਲ ਇਹੀ ਆਪਸ਼ਨ ਹੈ ਜਿਹੜੀ ਉਹ ਅਲੱਗ ਆਪਸ਼ਨ ਹੈ ਸਾਰਿਆਂ ਤੋਂ। ਹਾਂਜੀ, ਅੱਗੇ 8th ਕੁਐਸਚਨ। ਇਹਦੇ ਵਿੱਚ ਵੀ ਆਪਾਂ ਅਲੱਗ ਹੈ ਜਿਹੜਾ ਉਹ ਚੁਣਨਾ ਸੀ। ਨੋਜ਼, ਆਈਜ਼, ਸਕਿਨ, ਟੀਥ। ਹਾਂਜੀ, ਇਹਨਾਂ ਦੇ ਵਿੱਚੋਂ ਜੇਕਰ ਆਪਾਂ ਪਹਿਲੀਆਂ 3 ਆਪਸ਼ਨਸ ਨੂੰ ਦੇਖੀਏ ਤਾਂ ਇਹ ਨੇ ਆਪਣੇ ਕੋਲ ਸੈਂਸਿਸ, ਯਾਨੀ ਕਿ ਗਿਆਨ ਇੰਦਰੀਆਂ, ਅਤੇ ਜਿਹੜੇ ਦੰਦ ਨੇ ਇਹ ਗਿਆਨ ਇੰਦਰੀਆਂ ਨਹੀਂ ਹੁੰਦੇ। ਸੋ ਇਹ ਆਪਣੀ ਸੈਂਸ ਨਹੀਂ ਹੁੰਦੀ। ਇਟ ਮੀਨਸ ਇਹੀ ਸਾਰਿਆਂ ਤੋਂ ਅਲੱਗ ਹੈ। ਸੋ ਇਹਦੇ 'ਚੋਂ ਚੌਥੀ ਆਪਸ਼ਨ ਕਰੈਕਟ ਆਪਸ਼ਨ ਸੀ। ਹਾਂਜੀ, ਅੱਗੇ ਆਉਂਦੇ ਹਾਂ 9th ਕੁਐਸਚਨ 'ਤੇ। ਇਹ 'ਚੋਂ ਵੀ ਆਪਾਂ ਅਲੱਗ ਚੁਣਨਾ ਹੈ। 12, 7, 11, 13। ਹਾਂਜੀ, ਇਹਨਾਂ ਸਾਰਿਆਂ ਦੇ ਵਿੱਚੋਂ ਆ ਜਿਹੜਾ 7, 11 ਅਤੇ 13 ਨੇ ਇਹ ਨੇ ਆਪਣੇ ਕੋਲ ਪ੍ਰਾਈਮ, ਅਤੇ 12 ਜਿਹੜਾ ਇਹ ਪ੍ਰਾਈਮ ਨਹੀਂ ਹੈ, ਯਾਨੀ ਇਹ ਅਭਾਜ ਨਹੀਂ ਹੈ, ਇਹ ਕੰਪੋਜ਼ਿਟ ਨੰਬਰ ਹੈ। ਸੋ ਇਹੀ ਹੈ ਸਾਰਿਆਂ ਤੋਂ ਅਲੱਗ। ਹਾਂਜੀ, ਅੱਗੇ 10th ਕੁਐਸਚਨ ਆ ਗਿਆ ਆਪਣੇ ਕੋਲ। ਕਹਿੰਦਾ ਕੇ ਹੈ ਜਿਹੜਾ ਉਹ 22 ਦੇ ਬਰਾਬਰ ਹੋਵੇ, ACT ਇਹ 48 ਬਣੇ ਇਹਦੇ ਤੋਂ, ਤਾਂ MAT ਤੋਂ ਕੀ ਬਣੇਗਾ। ਹਾਂਜੀ, ਕੇ ਦਾ ਜਿਹੜਾ ਨੰਬਰ ਹੁੰਦਾ ਹੈ ਇੰਗਲਿਸ਼ ਅਲਫਾਬੈਟ ਦੇ ਵਿੱਚ ਉਹਦੀ ਪੋਜੀਸ਼ਨ ਹੁੰਦੀ ਹੈ 11th, ਅਤੇ 22 ਬਣਿਆ ਉਹਨੂੰ 2 ਨਾਲ ਮਲਟੀਪਲਾਈ ਕਰਕੇ। ਅਤੇ ACT ਦੀ ਗੱਲ ਕਰੀਏ ਤਾਂ ਇਹਦੇ ਵਿੱਚੋਂ ਆਪਾਂ A ਹੁੰਦਾ ਆਪਣੇ ਕੋਲ 1, C ਹੁੰਦਾ 3rd ਪਲੇਸ 'ਤੇ, ਅਤੇ T ਦੀ ਪਲੇਸ ਹੁੰਦੀ ਹੈ 20। ਸੋ ਇਹਨਾਂ ਤੋਂ ਬਣ ਗਿਆ ਆਪਣੇ ਕੋਲ 24, ਅਤੇ 24 ਨੂੰ 2 ਨਾਲ ਮਲਟੀਪਲਾਈ ਕੀਤਾ ਆ ਗਿਆ 48। ਹੁਣ ਇਸੇ ਤਰ੍ਹਾਂ ਕਹਿੰਦਾ MAT ਤੋਂ ਕੀ ਬਣੇਗਾ ਆਪਣੇ ਕੋਲ। ਹਾਂਜੀ, M ਦਾ ਨੰਬਰ ਹੁੰਦਾ ਆਪਣੇ ਕੋਲ 13, ਅਤੇ A ਦਾ 1 ਅਤੇ T ਦਾ 20। ਸੋ ਇਹਨਾਂ ਨੂੰ ਐਡ ਕਰੀਏ ਤਾਂ 20 ਅਤੇ 21 ਅਤੇ 13 34, ਅਤੇ 34 ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ ਆਏਗਾ 68। ਸੋ ਪਹਿਲੀ ਆਪਸ਼ਨ 68 ਇਜ਼ ਦੀ ਕਰੈਕਟ ਆਪਸ਼ਨ ਸੀ। ਹਾਂਜੀ, ਅੱਗੇ ਆਉਂਦੇ ਹਾਂ 11th ਕੁਐਸਚਨ 'ਤੇ। ਇਫ ਇਨ ਅ ਸਰਟਨ ਕੋਡ ਆਰਡਰ ਇਜ਼ ਰਿਟਨ ਐਜ਼ LIWVI ਦੈਨ ਹਾਊ ਸਬਸਟੀਟਿਊਸ਼ਨ ਵਿਲ ਬੀ ਰਿਟਨ। ਕਹਿੰਦਾ ਤਾਂ ਸਬਸਟੀਟਿਊਸ਼ਨ ਨੂੰ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ। ਹਾਂਜੀ, O ਦਾ ਜਿਹੜਾ ਨੰਬਰ ਹੁੰਦਾ ਆਪਣੇ ਕੋਲ ਇੰਗਲਿਸ਼ ਅਲਫਾਬੈਟ ਦੇ ਵਿੱਚ ਉਹ ਹੁੰਦਾ ਹੈ 15। ਸੋ 15 ਪਲੱਸ O ਨੂੰ ਲਿਖਿਆ L, ਅਤੇ L ਦਾ ਨੰਬਰ ਹੁੰਦਾ ਆਪਣੇ ਕੋਲ 12। ਹਾਂਜੀ, ਤਾਂ ਇਹਨਾਂ ਦਾ ਮਤਲਬ ਇਹਨਾਂ ਦਾ ਟੋਟਲ ਹੋ ਗਿਆ ਆਪਣੇ ਕੋਲ 27। ਇਸੇ ਤਰ੍ਹਾਂ R ਦਾ ਨੰਬਰ ਹੁੰਦਾ ਆਪਣੇ ਕੋਲ 18, ਅਤੇ I ਦਾ ਨੰਬਰ ਹੁੰਦਾ ਆਪਣੇ ਕੋਲ 9। ਸੋ ਇਹਨਾਂ ਤੋਂ ਵੀ ਬਣਿਆ ਆਪਣੇ ਕੋਲ 18 ਅਤੇ 9 27। ਸੋ ਆਈ ਥਿੰਕ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਜਿਹੜਾ ਲੈਟਰ ਹੈ ਅਤੇ ਇੱਧਰ ਜਿਹੜਾ ਲੈਟਰ ਲਿਖਿਆ ਹੋਇਆ ਉਹਨਾਂ ਦਾ ਟੋਟਲ ਬਣਦਾ ਹੈ ਆਪਣੇ ਕੋਲ 27। ਸੋ ਉਸਦੇ ਅਕੋਰਡਿੰਗ ਆਪਾਂ ਸਬਸਟੀਟਿਊਸ਼ਨ ਨੂੰ ਦੇਖਾਂਗੇ ਕੀ ਲਿਖ ਸਕਦੇ ਹਾਂ। ਹਾਂਜੀ, S ਦਾ ਨੰਬਰ ਹੁੰਦਾ ਆਪਣੇ ਕੋਲ 19, ਅਤੇ 19 ਦੇ ਵਿੱਚ ਆਪਾਂ ਕਿੰਨੇ ਜੋੜੀਏ 8 ਜੋੜੀਏ ਤਾਂ ਬਣਦਾ ਆਪਣੇ ਕੋਲ 27। ਸੋ ਇਹਦਾ ਮਤਲਬ 8 ਯਾਨੀ ਕਿ H ਆਏਗਾ ਇਹਦੇ ਨਾਲ। ਸੋ ਪਹਿਲਾ ਆਏਗਾ ਆਪਣੇ ਕੋਲ H, ਫਿਰ U ਦਾ ਨੰਬਰ ਹੁੰਦਾ ਆਪਣੇ ਕੋਲ 21 ਦੇ ਵਿੱਚ 6 ਜੋੜਾਂਗੇ ਅਤੇ 6 ਹੁੰਦਾ F ਦਾ। ਸੋ H ਤੋਂ ਬਾਅਦ ਆਏਗਾ ਆਪਣੇ ਕੋਲ F। ਫਿਰ ਉਸ ਤੋਂ ਬਾਅਦ B ਦਾ ਨੰਬਰ ਹੁੰਦਾ ਆਪਣੇ ਕੋਲ 2, ਅਤੇ ਇਹਦੇ ਵਿੱਚ ਜੋੜਿਆ ਜਾਏਗਾ ਆਪਣੇ ਕੋਲ 25 ਤਾਂ ਹੀ 27 ਬਣੇਗਾ, ਅਤੇ 25 ਹੁੰਦਾ ਆਪਣੇ ਕੋਲ Y ਦਾ ਨੰਬਰ। ਸੋ ਇੱਥੇ ਆਏਗਾ ਤੀਜੇ ਨੰਬਰ 'ਤੇ Y। ਹਾਂਜੀ, ਉਸ ਤੋਂ ਬਾਅਦ S ਫਿਰ ਆ ਗਿਆ। S ਦੇ ਲਈ ਆਪਾਂ H ਲਿਖਿਆ ਸੀ, ਸੋ H ਆ ਜਾਏਗਾ। ਫਿਰ T ਦਾ ਨੰਬਰ ਹੁੰਦਾ ਆਪਣੇ ਕੋਲ 20, ਅਤੇ ਇਸ ਦੇ ਵਿੱਚ 7 ਜੋੜਾਂਗੇ ਅਤੇ 7 ਹੁੰਦਾ ਹੈ G ਦਾ ਨੰਬਰ। ਸੋ G ਆ ਗਿਆ 7ਵੇਂ ਨੰਬਰ 'ਤੇ। ਫਿਰ I, ਹਾਂਜੀ I ਦੇ ਲਈ ਤਾਂ ਆਪਾਂ ਦੇਖੋ ਕਿਹਨੂੰ ਆਪਾਂ R ਨੂੰ I ਲਿਖਿਆ ਸੀ, ਇਹਦਾ ਮਤਲਬ I ਦੇ ਬਦਲੇ R ਲਿਖ ਹੋ ਜਾਏਗਾ। ਫਿਰ ਉਸ ਤੋਂ ਬਾਅਦ ਫਿਰ ਆ ਗਿਆ T ਆਪਣੇ ਕੋਲ, T ਦੀ ਜਗ੍ਹਾ ਫਿਰ G ਆ ਜਾਏਗਾ।
फिर यू पहला भी आपां लिखिया सी, यू की जगह आया सी एफ, सो ए आ जाएगा। फिर टी, हाँ जी टी के बदले आपां लिखिया सी जी, सो एफ तो बाद जी आ जाएगा। हाँ जी टी तो बाद फिर आ गया अपने कोल आई, तो आई के बदले लिखिया सी आपां आर, सो इत्थे आर आ जाएगा। तो फिर ओ दे बदले इधर देखो की लिखा हुआ एल, सो आर तो बाद आ जाएगा एल। तो एन के बदले एन की वैल्यू होंगी अपने को, एन की पोजीशन होंगी है 14, 14 च 13 जोड़ांगे तो 27 बनता है, सो एम आ जाएगा पिछे, क्योंकि एम का नंबर ही होंगे अपने कोल 13। सो ये अपने कोल कित्थे पिया है? हाँ जी ये सारे का सारा पिया पहली ऑप्शन दे विच, तो पहली ऑप्शन इस लिए करैक्ट ऑप्शन बनेगी। हाँ जी अगे आने 12th क्वेश्चन ते इफ इन अ सर्टेन कोड ALIMONY इज़ रिटन एज दिस, तो आप डिसगाइस नूं की लिख सकते हैं? हाँ जी की किया होया देखो, ए तो स्टार्ट होंदा सी, वाई तो एंड होंदा सी, ये वाई पहले नंबर पर आ गया, ए पिछे चल गया। इसका मतलब इन्हां दे विच भी आपां इन्हां दी पोजीशन बदलांगे, पिछे वाला सब तो अगे तो सब तो अगे वाला सब तो पिछे। सो ई तो डी, हाँ जी सारिਆਂ 'ਚ ई तो डी है, एक नूं छड्ड के, सो हले आपां नूं आंसर नहीं मिलिया। फिर की किया होया, LI तो IL बनाया, सो इत्थे IS तो आपां SI लिख देंगे। फिर GU तो आपां लिखांगे UG। फिर IS तो SI, सो आ देखा कित्थे पिया ESI इत्थे हो सकता है या इत्थे हो सकता है ESI UG SID। हाँ जी सो तीजी ऑप्शन दे नाल मैच करता पे, तो इसका मतलब तीजी ऑप्शन इस लिए करैक्ट ऑप्शन बनेगी। हाँ जी अगे आने 13th क्वेश्चन ते जो कि डायरैक्शन वाला है अपने कोल। गौरव स्टार्टड वॉकिंग वैसट, हाँ जी गौरव ने वैसट वाल नूं चलना शुरू किया। सो पहला आपां डायरैक्शनस दिखा लैंदे आ, ईस्ट वैसट नॉर्थ ते साउथ। हाँ जी गौरव ने पहला इधर नूं चलना शुरू किया वैसट वाल नूं। ही टर्नड राइट, जे वो इधर नूं आंदा पिया तो वह राइट इधर है, तो वह इधर राइट नूं मुड़िया, इधर होएगा वह राइट, तो इधर सी वह लैफ्ट, तो राइट नूं मुड़ गया, वो इधर चला गया। फिर इधर नूं जांदियां होया अगेन राइट, तो फिर इधर राइट, वह राइट हुण जदों वो इधर नूं जा रहा तो इधर वह लैफ्ट होएगा, इधर होएगा राइट, तो वह राइट वाल नूं मुड़ गया। राइट वाल नूं मुड़ के दैन ही टर्न कहता फाइनली टुवार्ड्स लैफ्ट, तो फिर इत्थों वो जदों वो इधर नूं जांदा पिया तो वह लैफ्ट होएगा इधर नूं। तो हुण वो पुछ रहा टुवार्ड्स विच डायरैक्शन वॉज ही वॉकिंग नाउ, इस टाइम तो वो किहड़ी दिशा वाल जा रहा है? हाँ जी वो किधर वाल नूं जा रहा है? वो नॉर्थ वाल नूं जा रहा है। सो उत्तर दिशा यानी कि नॉर्थ पहली ऑप्शन इस दे लई करैक्ट ऑप्शन बनेगी। हाँ जी अगे 14th क्वेश्चन ते आने आ, वाई इज़ इन ईस्ट ऑफ एक्स। हाँ जी पहला तो एक्स की गल कर रहा है, एक्स का ईस्ट। सो पहला डायरैक्शनस बना लेने आ, ईस्ट वैसट नॉर्थ साउथ। हाँ जी इत्थे आप मान लें कि एक्स है, कहता वाई है जोड़ा वो एक्स दे ईस्ट विच है, सो इत्थे आएगा अपने कोल वाई, ये डायरैक्शन होगी, वाई कहता इधर है। फिर वो कहता है विच इज़ इन द नॉर्थ ऑफ जैड, कहता वाई एक्स दे ईस्ट विच आ, एक्स है जोड़ा वो जैड दे नॉर्थ विच है। हाँ जी हुण एक्स जैड दे नॉर्थ विच है, इसका मतलब इत्थे आपां जैड लै सकते हैं, आ डायरैक्शन होगी, आ हो गया अपना जैड, जैड का इधर हो गया अपने कोल नॉर्थ, इधर देखांगे तो अपने कोल आ जाएगा ईस्ट, इधर हो जाएगा अपने कोल जैड का वैसट, तो इधर हो जाएगा जैड का साउथ। हाँ जी अगे की कह रहा है, P इज़ इन साउथ ऑफ जैड, जोड़ा P है वह जैड के साउथ विच है। सो जैड का साउथ आ होया, तो यदा मतलब P इत्थे किते होएगा। हाँ जी तो फिर वो पूछ रहा है दैन इन विच डायरैक्शन ऑफ वाई इज़ P, तो P है जोड़ा वो वाई दी किस दिशा दे विच है? P वाई दी। हाँ जी हुण वाई दे लई देखिए तो अपने कोल इधर वाई का ईस्ट होएगा, इधर होएगा वैसट, तो इधर वाई का होएगा नॉर्थ, तो इधर वाई का होएगा अपने कोल साउथ। तो वैसट तो साउथ दे इत्थे कारे है वो,
ਤਾਂ ਸਾਊਥ ਤੇ ਵੈਸਟ ਦੇ ਵਿੱਚ ਆਉਂਦਾ ਪਿਆ ਉਹ ਸਾਊਥ ਵੈਸਟ। ਸੋ ਚੌਥੀ ਆਪਸ਼ਨ ਇਹ ਜਿਹੜੀ ਹੈ ਇਹ ਸਹੀ ਬਣੇਗੀ ਇਸ ਦੇ ਲਈ। ਹਾਂਜੀ ਅੱਗੇ ਆਉਂਦੇ ਹਾਂ 15th ਕੁਐਸਚਨ ਤੇ। ਵੰਸ਼ ਟਰੈਵਲਸ 3 ਕਿਲੋਮੀਟਰ ਇਨ ਦਾ ਈਸਟ। ਹਾਂਜੀ ਇਹਦੇ ਲਈ ਡਾਇਗਰਾਮ ਬਣਾਉਂਦੇ ਹਾਂ। ਈਸਟ ਵੈਸਟ ਨੌਰਥ ਸਾਊਥ। ਕਹਿੰਦਾ ਵੰਸ਼ ਹੈ ਜਿਹੜਾ ਉਹ ਈਸਟ ਵੱਲ ਨੂੰ 3 ਕਿਲੋਮੀਟਰ ਜਾਂਦਾ ਹੈ। ਹਾਂਜੀ ਇੱਧਰ ਚੱਲ ਗਿਆ ਉਹ 3 ਕਿਲੋਮੀਟਰ। ਫਿਰ ਕਹਿੰਦਾ ਟਰਨਸ ਟੂ ਦਾ ਸਾਊਥ, ਫਿਰ ਉਹ ਸਾਊਥ ਵੱਲ ਨੂੰ ਚੱਲ ਜਾਂਦਾ ਹੈ ਅਤੇ ਕਿੰਨਾ ਜਾਂਦਾ ਹੈ 4 ਕਿਲੋਮੀਟਰ ਮੂਵ ਕਰਦਾ ਹੈ। ਸੋ ਇੱਧਰ ਨੂੰ ਜਾਂਦਾ ਹੈ ਉਹ 4 ਕਿਲੋਮੀਟਰ ਸਾਊਥ ਵੱਲ ਨੂੰ। ਫਿਰ ਉਹ ਪੁੱਛ ਰਿਹਾ ਕਿ ਉਹ ਸਟਾਰਟਿੰਗ ਪੁਆਇੰਟ ਤੋਂ ਕਿੰਨੀ ਦੂਰ ਹੈ। ਹਾਂਜੀ ਆਹ ਦੂਰੀ ਹੈ ਜਿਹੜੀ ਇਹ ਆਪਾਂ ਪਤਾ ਕਰਨੀ ਹੈ। ਇਹ 3 ਹੈ ਇਹ 4 ਹੈ। ਹਾਂਜੀ ਇਹ ਹੋਏਗਾ 90 ਦਾ ਐਂਗਲ। ਸੋ ਇਹਦੇ ਵਿੱਚ ਆਪਾਂ ਪਾਈਥਾਗੋਰਸ ਥਿਊਰਮ ਲਗਾ ਲਾਂਗੇ ਇਹਨੂੰ ਕਰਨ ਨੂੰ ਪਤਾ ਕਰਨ ਦੇ ਲਈ। ਸੋ ਇਹਨੂੰ ਜੇਕਰ ਆਪਾਂ ਐਚ ਲੈ ਲਈਏ ਹਾਈਪੋਟੇਨਿਊਜ਼ ਕਰਨ ਤਾਂ ਐਚ ਦਾ ਸਕੇਅਰ ਹੁੰਦਾ ਆਪਣੇ ਕੋਲ ਪੀ ਸਕੇਅਰ ਪਲੱਸ ਬੀ ਸਕੇਅਰ, ਯਾਨੀ ਕਿ 3 ਦਾ ਸਕੇਅਰ ਪਲੱਸ 4 ਦਾ ਸਕੇਅਰ, ਯਾਨੀ ਕਿ 9 ਪਲੱਸ 16 ਜੋ ਕਿ ਹੋ ਗਿਆ 25, ਅਤੇ ਐਚ ਦਾ ਸਕੇਅਰ 25 ਹੋ ਗਿਆ। ਤਾਂ ਐਚ ਕੱਢਣਾ ਹੋਊਗਾ ਤਾਂ ਆਪਾਂ 25 ਦਾ ਰੂਟ ਲਵਾਂਗੇ। ਇੱਧਰੋਂ ਸਕੇਅਰ ਹਟ ਜੂਗਾ ਉੱਧਰ ਰੂਟ ਬਣ ਜੂਗਾ। ਸੋ ਇਹ ਆ ਜਾਏਗਾ ਆਪਣੇ ਕੋਲ 5 ਕਿਲੋਮੀਟਰ ਇਸ ਦਾ ਆਨਸਰ ਆ ਜਾਏਗਾ। ਸੋ ਪਹਿਲੀ ਆਪਸ਼ਨ ਸਹੀ ਆਪਸ਼ਨ ਬਣੇਗੀ ਇਸ ਦੇ ਲਈ। ਹਾਂਜੀ ਅੱਗੇ ਆਉਂਦੇ ਹਾਂ ਸੈਟ ਵਾਲੇ ਪੋਰਸ਼ਨ 'ਤੇ। ਪਹਿਲਾ ਪੋਰਸ਼ਨ ਸੀ ਜਿਹੜਾ ਉਹਦੇ ਵਿੱਚ ਆਪਣੇ ਕੋਲ ਕੁਐਸਚਨਸ ਸੀਗੇ SST ਦੇ। ਉਹਨਾਂ 'ਚੋਂ ਪਹਿਲੇ ਕੁਐਸਚਨ ਨੂੰ ਦੇਖਦੇ ਹਾਂ। ਵਿਚ ਸਟੇਟਮੈਂਟ ਇਜ਼ ਇਨਕਰੈਕਟ ਇਨ ਰਿਲੇਸ਼ਨ ਵਿਦ ਦਾ ਪੰਜਾਬ ਪਲੇਨਸ। ਕਹਿੰਦਾ ਪੰਜਾਬ ਦੇ ਮੈਦਾਨਾਂ ਬਾਰੇ ਇਹਨਾਂ ਚੋਂ ਕਿਹੜੀ ਆਪਸ਼ਨ ਹੈ ਜਿਹੜੀ ਉਹ ਗਲਤ ਹੈ। ਪਹਿਲਾ ਪਲੇਨ ਰੀਜਨ ਆਫ ਪੰਜਾਬ ਆਰ ਡਿਵਾਈਡਡ ਇਨ 2 ਪਾਰਟਸ ਈਸਟਰਨ ਪਲੇਨ ਐਂਡ ਵੈਸਟਰਨ ਪਲੇਨ। ਦੂਜਾ CHAG ਚੱਜ ਦੁਆਬ ਇਜ਼ ਦਾ ਏਰੀਆ ਬਿਟਵੀਨ ਰਿਵਰ ਜੇਹਲਮ ਐਂਡ ਰਿਵਰ ਸਿੰਧ। ਸਿੰਧ ਅਤੇ ਜੇਹਲਮ ਦੇ ਵਿਚਕਾਰ ਦਾ ਖੇਤਰ ਹੈ। ਹਾਂਜੀ ਇਹੀ ਸਟੇਟਮੈਂਟ ਹੈ ਜਿਹੜੀ ਇਹ ਗਲਤ ਹੈ, ਕਿਉਂਕਿ ਜਿਹੜਾ ਚੱਜ CHAG ਬਣੇਗਾ ਇਹ ਚਨਾਬ ਅਤੇ ਜੇਹਲਮ ਦੇ ਵਿਚਲੇ ਪੋਰਸ਼ਨ ਦਾ ਨਾਮ ਬਣੇਗਾ CHAJ ਚਨਾਬ ਅਤੇ ਜੇਹਲਮ। ਅਤੇ ਇਹ ਉਹ ਕਹਿ ਰਿਹਾ ਹੈ ਕਿ ਕਿਹਦੇ ਵਿੱਚ ਹੈ ਜੇਹਲਮ ਦੀ ਤਾਂ ਗੱਲ ਕਰ ਰਿਹਾ ਹੈ ਅਤੇ ਨਾਲ ਉਹ ਚਨਾਬ ਦੀ ਗੱਲ ਨਹੀਂ ਕਰਦਾ ਪਿਆ, ਸਿੰਧ ਦੀ ਗੱਲ ਕਰਦਾ ਪਿਆ, ਤਾਂ ਕਰਕੇ ਇਹ ਹੋ ਗਿਆ ਆਪਣੇ ਕੋਲ ਗਲਤ। ਸੋ ਇਹ 'ਚੋਂ ਦੂਜੀ ਆਪਸ਼ਨ ਆਪਾਂ ਟਿਕ ਕਰਨੀ ਸੀ। ਹਾਂਜੀ ਅੱਗੇ ਆਉਂਦੇ ਹਾਂ ਦੂਜੇ ਕੁਐਸਚਨ 'ਤੇ। ਵਿਚ ਆਫ ਦੀਜ਼ ਮੈਟਰਸ ਡਜ਼ ਨੋਟ ਕਮ ਅੰਡਰ ਦਾ ਫੈਮਿਲੀ ਲਾਜ਼। ਪਰਿਵਾਰਕ ਕਾਨੂੰਨਾਂ ਦੇ ਅੰਡਰ ਇਹਨਾਂ 'ਚੋਂ ਕਿਹੜਾ ਨਹੀਂ ਆਉਂਦਾ। ਮੈਰਿਜ ਡਿਵੋਰਸ ਅਤੇ ਇਨਹੈਰੀਟੈਂਸ ਇਸ ਦੇ ਅੰਡਰ ਆਉਂਦੇ ਨੇ। ਟੈਕਸ ਇਹਨਾਂ ਤੋਂ ਬਿਲਕੁਲ ਹੀ ਅਲੱਗ ਚੀਜ਼ ਹੈ ਅਤੇ ਉਹ ਪਰਿਵਾਰਕ ਕਾਨੂੰਨਾਂ ਦੇ ਅਧੀਨ ਨਹੀਂ ਆਉਂਦਾ। ਸੋ ਇਹਦੀ ਪਹਿਲੀ ਆਪਸ਼ਨ ਹੈ ਜਿਹੜੀ ਉਹ ਕਰੈਕਟ ਆਪਸ਼ਨ ਬਣੇਗੀ। ਥਰਡ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਫੈਕਟਰਸ ਇਜ਼ ਮੋਸਟ ਇੰਪੋਰਟੈਂਟ ਫੋਰ ਡਿਟਰਮਿਨਿੰਗ ਦਾ ਕਲਾਈਮੇਟ ਆਫ ਅ ਪਲੇਸ। ਇਹਨਾਂ ਦੇ ਵਿੱਚੋਂ ਕਿਸੇ ਸਥਾਨ ਦੇ ਮੌਸਮ ਨੂੰ ਨਿਰਧਾਰਿਤ ਕਰਨ ਲਈ ਕਿਹੜਾ ਕਾਰਕ ਮਹੱਤਵਪੂਰਨ ਹੈ ਸਭ ਤੋਂ ਜ਼ਿਆਦਾ। ਹਾਂਜੀ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਆਪਣੇ ਕੋਲ ਲੈਟੀਟਿਊਡ ਯਾਨੀ ਕਿ ਵਿਸਤਾਰ। ਹਾਂਜੀ ਅੱਗੇ ਆਉਂਦੇ ਹਾਂ ਫਿਰ ਆਪਾਂ 4th ਕੁਐਸਚਨ 'ਤੇ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਅਤੇ ਫਿਰ ਅੱਗੇ ਇਹਦੇ ਬਾਰੇ ਕਿਹਾ ਹੋਇਆ ਕਿ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਇਹ ਦੱਸਾਂਗੇ ਆਪਾਂ। ਪਹਿਲਾ ਗੋਆ ਹੈਜ਼ ਦਾ ਹਾਈਐਸਟ ਪਰ ਕੈਪੀਟਾ ਇਨਕਮ। ਗੋਆ ਵਿੱਚ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਜ਼ਿਆਦਾ ਹੈ। ਹਾਂਜੀ ਇਹ ਬਿਲਕੁਲ ਠੀਕ ਹੈ ਆਪਣੇ ਕੋਲ। ਦੂਜਾ ਲਿਟਰੇਸੀ ਰੇਟ ਮੈਜ਼ਰਸ ਦਾ ਪ੍ਰੋਪੋਰਸ਼ਨ ਆਫ ਲਿਟਰੇਟ ਪੋਪੂਲੇਸ਼ਨ ਇਨ ਦਾ 10 ਐਂਡ ਅਬਾਵ ਏਜ ਗਰੁੱਪ। ਪਰ ਆਈ ਥਿੰਕ ਇਹ 10 ਨਹੀਂ ਹੁੰਦਾ, ਇੱਥੇ 7 ਜਾਂ 7 ਤੋਂ ਜ਼ਿਆਦਾ ਸਾਲ ਹੁੰਦਾ। ਸੋ ਆਈ ਥਿੰਕ ਇਹ ਗਲਤ ਹੈ ਆਪਣੇ ਕੋਲ। ਅਤੇ ਉਸ ਤੋਂ ਬਾਅਦ ਸੀ ਕੇਰਲਾ ਹੈਜ਼ ਅ ਲੋ ਇਨਫੈਂਟ ਮੋਰਟੈਲਿਟੀ ਰੇਟ ਬਿਕੋਜ਼ ਇਟ ਹੈਜ਼ ਐਡੀਕੁਏਟ ਪ੍ਰੋਵੀਜ਼ਨ ਔਨ ਦਾ ਬੇਸਿਕ ਹੈਲਥ। ਹਾਂਜੀ ਕਹਿੰਦਾ ਕੇਰਲਾ ਦੇ ਵਿੱਚ ਬਾਲ ਮੌਤ ਦਰ ਘੱਟ ਹੈ ਕਿਉਂਕਿ ਇੱਥੇ ਮੁੱਢਲੀ ਸਹਾਇਤਾ ਬਾਰੇ ਉਚਿਤ ਪ੍ਰਬੰਧ ਹਨ। ਹਾਂਜੀ ਇਹ ਬਿਲਕੁਲ ਠੀਕ ਹੈ ਆਪਣੇ ਕੋਲ। ਤੀਜੀ ਠੀਕ ਹੈ। ਸੋ ਪਹਿਲੀ ਠੀਕ ਹੋਈ, ਤੀਜੀ ਠੀਕ ਹੋਈ। ਅੱਗੇ ਦੇਖਦੇ ਹਾਂ ਚੌਥੀ। ਕਹਿੰਦਾ ਬਿਹਾਰ ਦੇ ਵਿੱਚ ਸੈਕਸ ਰੇਸ਼ੋ ਹੈ ਜਿਹੜੀ ਉਹ 963 ਫੀਮੇਲਸ ਪਰ 1000 ਮੇਲਸ ਹੈ। ਨਹੀਂ ਇਹ ਗਲਤ ਹੈ, ਇਹ ਅੰਕੜੇ ਸਹੀ ਨਹੀਂ ਹੈਗੇ। ਸੋ ਇਹ 963 ਨਹੀਂ, ਇਸ ਤੋਂ ਕਾਫੀ ਘੱਟ ਹੈ। ਅਤੇ ਹਾਂਜੀ ਸੋ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀਆਂ ਸਹੀ ਆਈਆਂ ਆਪਣੇ ਕੋਲ ਫਿਰ A ਅਤੇ C ਸਹੀ ਆਈਆਂ। ਸੋ ਤੀਜੀ ਆਪਸ਼ਨ ਇਹਦੇ ਵਿੱਚੋਂ ਕਰੈਕਟ ਆਪਸ਼ਨ ਬਣਨੀ ਸੀ। ਹਾਂਜੀ ਅੱਗੇ ਆਉਂਦੇ ਹਾਂ ਫਿਰ ਆਪਾਂ 5th ਕੁਐਸਚਨ 'ਤੇ। ਔਨ ਦਾ ਬੇਸਿਸ ਆਫ ਫੋਲੋਇੰਗ ਫੀਚਰਸ ਆਈਡੈਂਟੀਫਾਈ ਦਾ ਕਰੈਕਟ ਟਾਈਪ ਆਫ ਗਵਰਨਮੈਂਟ ਜਾਂ ਗਵਰਨੈਂਸ। ਹਾਂਜੀ ਆਹ ਫੀਚਰਸ ਹੋਣ ਤਾਂ ਉਹ ਕਿਹੜੀ ਗਵਰਨੈਂਸ ਹੁੰਦੀ ਹੈ, ਕਿਸ ਤਰ੍ਹਾਂ ਦੀ ਸਰਕਾਰ ਹੁੰਦੀ ਹੈ। ਇਹ ਨਾਗਰਿਕਾਂ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ।
ਇਹ ਵਿਅਕਤੀਆਂ ਦੀ ਮਹੱਤਤਾ ਵਧਾਉਂਦਾ ਹੈ। ਇਹ ਵਿਵਾਦਾਂ ਨੂੰ ਸੁਲਝਾਉਣ ਲਈ ਢੰਗ ਪ੍ਰਦਾਨ ਕਰਦਾ ਹੈ। ਇਹ ਲੋਕਾਂ ਦੀ ਆਪਣੀ ਸਰਕਾਰ ਹੈ। ਹਾਂਜੀ, ਇਹ ਹੁੰਦੀ ਹੈ ਆਪਣੇ ਕੋਲ ਡੈਮੋਕ੍ਰੇਟਿਕ ਜਿਹੜੀ ਗਵਰਨਮੈਂਟ, ਉਸ ਤਰ੍ਹਾਂ ਦੀ ਡੈਮੋਕ੍ਰੇਸੀ, ਯਾਨੀ ਕਿ ਤੀਜੀ ਆਪਸ਼ਨ ਹੈ ਉਹ ਆਪਣੇ ਕੋਲ ਸਹੀ ਆਪਸ਼ਨ ਬਣੇਗੀ। ਹਾਂਜੀ, ਅੱਗੇ ਆ ਜਾਂਦੇ ਹਾਂ ਫਿਰ ਆਪਾਂ ਸਾਇੰਸ ਵਾਲੇ ਪੋਰਸ਼ਨ 'ਤੇ। ਸਾਇੰਸ ਵਾਲੇ ਕੁਐਸਚਨ ਦੇ ਵਿੱਚੋਂ ਪਹਿਲਾ ਕੁਐਸਚਨ ਸੀ, ਵਿਚ ਆਫ ਦ ਫੋਲੋਇੰਗ ਇਜ਼ ਨੋਟ ਟਰੂ ਫੋਰ ਐਨ ਇਮੇਜ ਫੋਰਮਡ ਬਾਈ ਅ ਪਲੇਨ ਮਿਰਰ। ਇੱਕ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲਈ ਹੇਠਾਂ ਲਿਖਿਆਂ ਦੇ ਵਿੱਚੋਂ ਕਿਹੜਾ ਸਹੀ ਨਹੀਂ ਹੈ। ਪਹਿਲਾ, ਇਹ ਸਿੱਧਾ ਹੁੰਦਾ ਹੈ, ਇਰੈਕਟ ਹੁੰਦਾ ਹੈ, ਬਿਲਕੁਲ ਇਹ ਤਾਂ ਠੀਕ ਹੈ ਆਪਣੇ ਕੋਲ। ਇਟ ਇਜ਼ ਵਰਚੁਅਲ, ਇਹ ਭਾਸੀ ਹੁੰਦਾ ਹੈ, ਇਹ ਵੀ ਠੀਕ ਹੈ। ਅਤੇ ਅਗਲਾ ਆਖਰੀ ਨੂੰ ਦੇਖਦੇ ਹਾਂ। ਪਹਿਲਾਂ, ਜਿੰਨੀ ਦੂਰੀ 'ਤੇ ਵਸਤੂ ਦਰਪਣ ਦੇ ਸਾਹਮਣੇ ਰੱਖੀ ਜਾਂਦੀ ਹੈ ਉਨੀ ਹੀ ਦੂਰ ਬਣਦਾ, ਬਿਲਕੁਲ ਠੀਕ ਹੈ। ਅਤੇ ਲਾਸਟ ਆ ਜਿਹੜਾ ਬਚ ਗਿਆ ਆਪਣੇ ਕੋਲ, ਇਹ ਛੋਟਾ ਹੁੰਦਾ ਹੈ, ਨਹੀਂ, ਵਸਤੂ ਦਾ ਪ੍ਰਤੀਬਿੰਬ ਓਡਾ ਹੀ ਬਣਦਾ ਹੈ ਜਿੱਡੀ ਵਸਤੂ ਹੁੰਦੀ ਹੈ। ਸੋ ਇਹ ਆਪਣੇ ਕੋਲ ਗਲਤ ਹੈ ਇਹਨਾਂ ਦੇ ਵਿੱਚੋਂ, ਸੋ ਇਹ ਆਪਣਾ ਆਨਸਰ ਬਣਨਾ ਸੀ। ਅੱਗੇ 7ਵਾਂ ਕੁਐਸਚਨ ਸੀ, ਦ ਯੂਨਿਟ ਆਫ ਰੀਫਰੈਕਟਿਵ ਇੰਡੈਕਸ ਇਜ਼ ਅਪਵਰਤਨ ਅੰਕ ਦੀ ਇਕਾਈ ਡੈਸ਼ ਹੈ। ਹਾਂਜੀ, ਅਪਵਰਤਨ ਅੰਕ ਹੁੰਦਾ ਸਪੀਡ ਦੇ ਨਾਲ ਰਿਲੇਟਡ। ਲਾਈਟ ਦੀ ਜਿਹੜੀ ਸਪੀਡ ਹੈ ਮੀਡੀਅਮ ਦੇ ਵਿੱਚ ਅਤੇ ਵੈਕਿਊਮ ਦੇ ਵਿੱਚ, ਉਹਨਾਂ ਦੀ ਰੇਸ਼ੋ ਹੁੰਦੀ ਹੈ ਇਹ ਆਪਣੇ ਕੋਲ। ਅਤੇ ਕਿਉਂਕਿ ਇਹ ਸਪੀਡ ਦੀ ਰੇਸ਼ੋ ਹੈ ਅਤੇ ਸਪੀਡ ਦੀ ਯੂਨਿਟ ਆਪਣੇ ਕੋਲ ਮੀਟਰ ਪਰ ਸੈਕਿੰਡ ਲੈਂਦੇ ਹਾਂ ਆਪਾਂ, ਅਤੇ ਹੇਠਾਂ ਵੀ ਕਿਉਂਕਿ ਮੀਟਰ ਪਰ ਸੈਕਿੰਡ ਹੋਏਗਾ ਤਾਂ ਉਹ ਤਾਂ ਆਪਸ 'ਚ ਕੱਟੀਆਂ ਜਾਣਗੀਆਂ। ਇਹਦਾ ਮਤਲਬ ਇਹਦੀ ਕੋਈ ਵੀ ਹੈ ਜਿਹੜੀ ਯੂਨਿਟ ਨਹੀਂ ਬਣਨੀ ਚਾਹੀਦੀ, ਇਹ ਤਾਂ ਇੱਕ ਨੰਬਰ ਹੀ ਹੋਏਗਾ। ਸੋ ਇਹਦੇ ਵਿੱਚ ਆਪਣੇ ਕੋਲ ਆਨਸਰ ਆਉਣਾ ਚਾਹੀਦਾ ਹੈ ਕੋਈ ਇਕਾਈ ਨਹੀਂ। ਸੋ ਚੌਥੀ ਆਪਸ਼ਨ ਕਰੈਕਟ ਆਪਸ਼ਨ ਬਣੇਗੀ। ਹਾਂਜੀ, ਅੱਗੇ ਆਉਂਦੇ ਹਾਂ ਫਿਰ ਆਪਾਂ ਨੈਕਸਟ ਕੁਐਸਚਨ 'ਤੇ, 8th ਕੁਐਸਚਨ 'ਤੇ। ਲਾਈਟ ਈਅਰ ਇਜ਼ ਅ ਯੂਨਿਟ ਟੂ ਮੈਜ਼ਰ। ਪ੍ਰਕਾਸ਼ ਸਾਲ ਡੈਸ਼ ਨੂੰ ਮਾਪਣ ਦੀ ਇਕਾਈ ਹੈ। ਹਾਂਜੀ, ਪ੍ਰਕਾਸ਼ ਸਾਲ ਪ੍ਰਕਾਸ਼ ਦੁਆਰਾ ਇੱਕ ਸਾਲ ਵਿੱਚ ਤੈਅ ਦੂਰੀ ਨੂੰ ਮਾਪਦਾ ਹੁੰਦਾ ਹੈ। ਸੋ ਦ ਡਿਸਟੈਂਸ ਟਰੈਵਲਡ ਬਾਏ ਦ ਲਾਈਟ ਇਨ 1 ਈਅਰ। ਸੋ ਇਹੀ ਆਪਸ਼ਨ ਹੈ ਜਿਹੜੀ ਪਹਿਲੀ ਆਪਸ਼ਨ, ਇਹ ਕਰੈਕਟ ਆਪਸ਼ਨ ਹੈ ਇਸ ਦੇ ਲਈ। ਅੱਗੇ 9th ਕੁਐਸਚਨ ਸੀ, ਦ ਰੇਟ ਆਫ ਚੇਂਜ ਆਫ ਵੈਲੋਸਿਟੀ ਇਜ਼ ਕਾਲਡ। ਇਹਨੂੰ ਆਪਾਂ ਐਕਸਲਰੇਸ਼ਨ ਬੋਲਦੇ ਹੁੰਦੇ ਹਾਂ, ਐਕਸਲਰੇਸ਼ਨ, ਜਿਹਨੂੰ ਅਸੀਂ ਪ੍ਰਵੇਗ ਬੋਲਦੇ ਹਾਂ। ਸੋ ਵੇਗ ਦੇ ਪਰਿਵਰਤਨ ਦੀ ਦਰ ਨੂੰ ਪ੍ਰਵੇਗ ਆਖਦੇ ਹਨ। ਸੋ ਐਕਸਲਰੇਸ਼ਨ ਪ੍ਰਵੇਗ, ਯਾਨੀ ਕਿ ਤੀਜੀ ਆਪਸ਼ਨ ਇਸ ਦੇ ਲਈ ਸਹੀ ਆਪਸ਼ਨ ਸੀ। ਹਾਂਜੀ, ਆਉਂਦੇ ਹਾਂ ਅੱਗੇ ਆਪਾਂ 10th ਕੁਐਸਚਨ 'ਤੇ, ਸਾਇੰਸ ਵਾਲਿਆਂ 'ਚੋਂ ਲਾਸਟ। ਹਾਊ ਮਚ ਵੈਲੋਸਿਟੀ ਵਿਲ ਅ ਬੋਡੀ gain in 5 seconds if it is moving with a uniform acceleration of 1 meter per second square। ਕਹਿੰਦਾ ਇਸ ਪ੍ਰਵੇਗ ਦੇ ਨਾਲ ਚੱਲ ਰਹੀ ਹੈ ਤਾਂ 5 ਸੈਕਿੰਡ ਦੇ ਵਿੱਚ ਕਿੰਨਾ ਵੇਗ ਉਹ ਵਧਾ ਲਵੇਗੀ। ਹਾਂਜੀ, ਆਪਣੇ ਕੋਲ ਫਾਰਮੂਲਾ ਹੁੰਦਾ ਹੈ v = u + at। ਹਾਂਜੀ, ਅਤੇ ਇਹਦੇ ਵਿੱਚ ਆਪਣੇ ਕੋਲ u ਹੋਏਗਾ 0, ਇਨੀਸ਼ੀਅਲ ਵੈਲੋਸਿਟੀ, ਪਲੱਸ a ਦੀ ਵੈਲਿਊ ਹੈ ਆਪਣੇ ਕੋਲ 1 ਗੁਣਾ t ਹੈ ਆਪਣੇ ਕੋਲ 5, ਤਾਂ ਇੱਥੋਂ ਆ ਜਾਏਗਾ ਆਪਣੇ ਕੋਲ ਇਹ 5 × 5। ਸੋ 5 ਮੀਟਰ ਪਰ ਸੈਕਿੰਡ ਆਏਗਾ ਇਸ ਦਾ ਆਨਸਰ, ਜੋ ਕਿ ਪਿਆ ਦੂਜੀ ਆਪਸ਼ਨ ਦੇ ਵਿੱਚ। ਹਾਂਜੀ, ਅੱਗੇ ਆਉਂਦੇ ਹਾਂ ਫਿਰ ਆਪਾਂ ਮੈਥ ਵਾਲੇ ਕੁਐਸਚਨਸ 'ਤੇ। ਉਹਨਾਂ ਦੇ ਵਿੱਚੋਂ ਪਹਿਲਾ ਕੁਐਸਚਨ ਹੈ, ਦੋ ਸੰਖਿਆਵਾਂ 4:5 ਦੇ ਅਨੁਪਾਤ ਦੇ ਵਿੱਚ ਹਨ। ਜੇਕਰ ਉਹਨਾਂ ਦਾ ਮੰਮਾ ਸੱਸਾ ਵਾਵਾ 18 ਹੈ ਤਾਂ ਉਹਨਾਂ ਦਾ ਲੱਲਾ ਸੱਸਾ ਵਾਵਾ ਕੀ ਹੋਏਗਾ। ਹਾਂਜੀ, ਇੱਥੇ 4 ਅਤੇ 5 ਦੇ ਅਨੁਪਾਤ ਦੇ ਵਿੱਚ ਨੇ, ਅਤੇ 4 ਅਤੇ 5 ਨੇ ਆਪਣੇ ਕੋਲ ਕੋਪਰਾਈਮ। ਇਟ ਮੀਨਸ ਜਿਹੜੀਆਂ ਸੰਖਿਆਵਾਂ ਨੇ ਉਹ ਆਪਣੇ ਕੋਲ ਬਣਨਗੀਆਂ 4 × 18 ਅਤੇ 5 × 18 ਕਰਕੇ। ਇਟ ਮੀਨਸ 18 ਚੌਕ 72 ਅਤੇ 18 5 90। ਇਹ ਆਪਣੇ ਕੋਲ ਸੰਖਿਆਵਾਂ ਨੇ। ਮੰਮਾ ਸੱਸਾ ਵਾਵਾ ਆਪਣੇ ਕੋਲ ਦਿੱਤਾ ਹੋਇਆ ਹੈ 18, ਯਾਨੀ HCF 18 ਹੈ, ਅਤੇ LCM ਆਪਾਂ ਪਤਾ ਕਰਨਾ ਹੈ। ਤਾਂ ਆਪਣੇ ਕੋਲ ਹੁੰਦਾ ਹੈ LCM ਗੁਣਾ HCF, ਆਪਾਂ ਨੂੰ ਪਤਾ ਹੈ ਸੰਖਿਆਵਾਂ ਦੀ ਗੁਣਾ ਦੇ ਬਰਾਬਰ ਹੁੰਦਾ ਹੈ। ਸੋ 72 × 90, ਅਤੇ ਜਿਹੜਾ HCF ਹੋਏਗਾ ਇਹਦੇ ਨਾਲ ਪਹਿਲਾਂ ਮਲਟੀਪਲਾਈ 'ਚ ਹੁੰਦਾ, ਉਹ ਇੱਥੇ ਜਾ ਕੇ ਉਹਨੂੰ ਕਰੇਗਾ ਡਿਵਾਈਡ। ਸੋ LCM = ਸੰਖਿਆਵਾਂ ਦੀ ਗੁਣਾ ਬਟੇ HCF, ਅਤੇ ਸੰਖਿਆਵਾਂ ਦੀ ਗੁਣਾ 72 × 90 ਓਵਰ HCF 18। ਵੈਲਿਊ ਭਰਦੇ ਹਾਂ 18 ਦੇ ਟੇਬਲ 'ਚ, ਇਹਦੀ ਕਟਿੰਗ 4 'ਤੇ 9 ਚੌਕਾ 36। ਸੋ 360 ਇਹਦਾ ਆ ਜਾਏਗਾ LCM ਆਪਣੇ ਕੋਲ, ਜੋ ਕਿ ਪਿਆ ਪਹਿਲੀ ਹੀ ਆਪਸ਼ਨ ਦੇ ਵਿੱਚ। ਹਾਂਜੀ, ਆਉਂਦੇ ਨੈਕਸਟ ਕੁਐਸਚਨ 'ਤੇ। 5 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਜੋ 12, 18 ਅਤੇ 24 ਦੇ ਨਾਲ ਵੰਡ ਹੁੰਦੀ ਹੈ, ਉਹ ਆਪਾਂ ਪਤਾ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਉਹ ਛੋਟੀ ਤੋਂ ਛੋਟੀ ਸੰਖਿਆ ਜਿਹੜੀ 12, 18 ਅਤੇ 24 'ਤੇ ਵੰਡ ਹੋਵੇ, ਉਹ ਹੋਏਗਾ ਇਹਨਾਂ ਦਾ LCM। ਅਤੇ 12, 18 ਅਤੇ 24 ਦਾ LCM ਕੱਢਣਾ ਪਏਗਾ ਉਹਦੇ ਲਈ ਆਪਾਂ ਨੂੰ। ਹਾਂਜੀ, ਪਹਿਲਾਂ 6 'ਤੇ ਭੇਜ ਦਿੰਦੇ ਹਾਂ ਇਹਨੂੰ, 2, 3, 4, ਫਿਰ 2 'ਤੇ 1, 3, 2, ਫਿਰ 2 'ਤੇ 1, 3, 1, ਫਿਰ 3 'ਤੇ
1 1 1 ਤਾਂ LCM ਆ ਜਾਏਗਾ ਆਪਣੇ ਕੋਲ 6 दूनी 12 12 दूना 24 24 तीया 72 72। हाँ जी, हुण अगे जे 5 अंकां दी वड्डी तो वड्डी संख्या पता करनी है जिहड़ी तिन्नां ते डिवाइड हुंदी है, क्योंकि संख्या इन्हां तिन्नां ते डिवाइड होगी इसलिए ओह इन्हां दे LCM ते भी डिवाइड होएगी, यानी कि 72 ते इन्हां दे विच्चों सिर्फ तीजी ही है जिहड़ी 72 ते पूरी पूरी डिवाइड हुंदी है ते तुसीं डिवाइड करके देख सकदे हो। बाकी दियां 72 ते पूरियां डिवाइड नहीं होणगियां, यही डिवाइड होएगी, सो यही बनेगा अपने कोल इसदा आंसर। हाँ जी, अगे आने 13th क्वेश्चन ते आपां के दी वैल्यू पता करनी है। जदों आपां नूं कहा होया कि 2x + 3y = 5 ते 4x + ky = 10 दे अनंत हल यानी कि इनफाइनाइटली मैनी सोल्यूशन होण तां के दी वैल्यू की होएगी। हाँ जी, उस लई कंडीशन हुंदी है अपने कोल a1/a2 = b1/b2 = c1/c2 ते a1 a2 b1 b2 c1 c2 ਦੀਆਂ वैल्यूज़ भरदे आ। a1 आ गया 2/a2 आ गया अपने कोल 4 x के कोफिशिएंट की रेशो, फिर b1 y का कोफिशिएंट 3 इचों तो इतों y का कोफिशिएंट k। हाँ जी, तो उधरों फिर c1 5 तो c2 10। हाँ जी, आप इन्हां पहले दो ही सोल्व करांगे। इतों यदी कटिंग कर लें 1/2, फिर 1/2 सामने है 3/k, क्रॉस मल्टीप्लाई कर लाँगे तो k = आ जाएगा अपने को 6। सो k = 6 यानी कि 6 इसका बनेगा आंसर, जो कि पे तीजी ऑप्शन दे विच। हाँ जी, आने 14th क्वेश्चन ते एक बहुपदी बनाओ जिसके 0 दिते बहुपदी दे उल्ट क्रम होण, यानी कि ऐसी पोलीनोमियल बनानी है जिस दियां जीरोज़ ने जिहड़ियां ओह इस गिवन पोलीनोमियल दियां जीरोज़ दे उल्ट होण, यानी कि रेसिप्रोकल होण। सो आपां इहदे विच्चों सम ऑफ जीरोज़ ते प्रोडक्ट ऑफ जीरोज़ कढ लैंदे आ। सम यानी अल्फा प्लस बीटा वह हुंदा -b/a दे इक्वल, -b/a यानी कि माइनस ऑफ b की वैल्यू -7/a, a की वैल्यू है 6। सो इत्थों आ गया अपने कोल 7/6 ते प्रोडक्ट यानी कि गुणनफल यानी अल्फा इंटू बीटा वो हुंदा c/a दे बराबर, यानी कि कॉन्सटेंट टर्म जो कि है 2/x² का कोफिशिएंट 6 कटिंग करके 1/3। सो अल्फा प्लस बीटा की वैल्यू आ गई तो अल्फा इंटू बीटा की वैल्यू आ गई। हुण आपां जो बनाना है पोलीनोमियल उहदे रूट्स ने अपने कोल 1/अल्फा तो 1/बीटा। सो इन्हां तो जिहड़ा पोलीनोमियल बनेगा वो होएगा अपने कोल x² - sx + p तो x² - s इन्हां दा जोड़, यानी कि 1/अल्फा + 1/बीटा प्लस इन्हां दा प्रोडक्ट 1/अल्फा इंटू 1/बीटा गुणा, यानी कि सो x² माइनस इत्थे की आ जाएगा अपने कोल LCM लैके उपर अपने कोल अल्फा प्लस बीटा ओवर इन्हां दी गुणा अल्फा बीटा आ जाएगा, ये नाल x भी आना है, प्लस इत्थे तो उपर 1 गुणा 1 थले अल्फा गुणा अल्फा बीटा। सो ये जिहदियां वैल्यूज़ हैगियां आपां भर दांगे। सो x² माइनस अल्फा प्लस बीटा आपां कड्ढिया ही होया 7/6 ओवर अल्फा बीटा जो कि है 1/3 नाल इहदे x प्लस 1/अल्फा बीटा 1/3। सो इस तो बाद x² माइनस हाँ जी यह 7/6 इंटू थले वाला उल्ट के 3/1 नाल इहदे x प्लस आ उल्ट जूगा 3 उपर चल जूगा, ये बन जूगा 3। सो इत्थे 3 ते 6 की कटिंग 2 आ गया। हाँ जी, इस तो बाद फिर ये बन जाएगा अपने कोल x² माइनस 7/2x प्लस 3 तो इस तो बाद आपां थल्ले वाले 2 दे नाल सारे नूं मल्टीप्लाई कर सकते हैं या LCM लै सकते हो, कह सकते हो। तो ये बनेगा अपने कोल 2x², क्योंकि 2x² नाल मल्टीप्लाई 2x² माइनस 7x प्लस जो ये मल्टीप्लाई होएगा तो नाल आ जाएगा 6। सो आ अपना आंसर बनना चाहिए ऑप्शन के जे यह किते पिया हो तो यह अपना आंसर होएगा। सो 2x² माइनस 7x प्लस 6 सो दूजी ऑप्शन इस दे लई सही ऑप्शन होवेगी। हाँ जी, अगे आने आप 15th क्वेश्चन ते एक जार विच 24 बंटे ने, उन्हां दे विच्चों कुछ हरे अते कुछ नीले ने। एक बंटे नूं जार तो अचानक बाहर कढ़िया गया है तो इस बंटे दे हरे होने की संभावना 2/3 है। तो नीले बंटियां की जिहड़ी संख्या वो आपां पता करनी है। टोटल 24 ने
ਨੀਲਿਆਂ ਦੀ ਆਪਾਂ ਪਤਾ ਕਰਨੀ ਆ ਸੰਖਿਆ, ਬਲੂ ਨੇ ਜਿਹੜੇ ਉਹ x ਲੈ ਲੈਂਦੇ ਆ ਤੇ ਇਟ ਮੀਨਸ ਜਿਹੜੇ ਨੇ ਆਪਣੇ ਕੋਲ ਹਰੇ ਉਹ ਆ ਜਾਣਗੇ 24 - x ਤੇ ਹਰਿਆਂ ਦੀ ਪ੍ਰੋਬੇਬਿਲਿਟੀ ਦਿੱਤੀ ਹੋਈ ਆ। ਹਰੇ ਦੀ ਪ੍ਰੋਬੇਬਿਲਿਟੀ ਕੀ ਹੋਏਗੀ ਆਪਣੇ ਕੋਲ, ਉਹ ਬਣੇਗੀ ਜਿੰਨੇ ਹਰੇ ਨੇ ਓਵਰ ਜਿੰਨੇ ਟੋਟਲ ਨੇ। ਇਹ ਹਰਿਆਂ ਦੀ ਪ੍ਰੋਬੇਬਿਲਿਟੀ ਯਾਨੀ ਕਿ ਸੰਭਾਵਨਾ ਹੋਗੀ ਤੇ ਇਹ ਆਪਾਂ ਨੂੰ ਦੇ ਰੱਖੀ ਆ ਉਹਨਾਂ ਨੇ ਕਿੰਨੀ, 2/3। ਸੋ ਇਹ 2/3 ਦੇ ਬਰਾਬਰ ਰੱਖਾਂਗੇ। ਤਾਂ ਇਸ ਤੋਂ ਬਾਅਦ ਹਾਂਜੀ ਆ 3 ਦੇ ਟੇਬਲ 'ਚ 24 ਦੀ ਕਟਿੰਗ ਹੋ ਸਕਦੀ 8 ਤੇ। ਸੋ ਆਰ ਪਾਰ ਗੁਣਾ ਕਰਾਂਗੇ 24 - x = 8 × 2 16 ਤੇ x ਇੱਧਰ 16 ਇੱਧਰ ਲਿਆਓ, 24 - 16 x ਉੱਧਰ ਜਾ ਕੇ ਪਲੱਸ ਦਾ ਹੋ ਜਾਏਗਾ। ਸੋ 8 ਤੇ x ਹੀ ਲਏ ਸੀ ਆਪਾਂ ਬਲੂ ਬੰਟੇ ਤੇ ਉਹਨਾਂ ਨੇ ਨੀਲੇ ਬੰਟੇ ਹੀ ਪੁੱਛੇ ਸੀ। ਸੋ ਇਹਦਾ ਮਤਲਬ ਨੀਲੇ ਬੰਟੇ ਹੋਣਗੇ 8। ਤਾਂ ਇਹਦੀ ਚੌਥੀ ਆਪਸ਼ਨ ਹੈ ਜਿਹੜੀ ਉਹ ਸਹੀ ਆਪਸ਼ਨ ਬਣ ਜਾਏਗੀ। ਸੋ ਸਟੂਡੈਂਟਸ ਇਸ ਦੇ ਨਾਲ ਹੀ ਤੁਹਾਡੇ NTSC ਦੇ ਬੇਸਲਾਈਨ ਟੈਸਟ ਦਾ ਸੋਲਿਊਸ਼ਨ ਹੁੰਦਾ ਹੈ ਕੰਪਲੀਟ। ਮੈਨੂੰ ਉਮੀਦ ਹੈ ਜੋ ਅੱਜ ਆਪਾਂ ਇਹ ਸਾਰੇ ਕੁਐਸਚਨਸ ਸੋਲਵ ਕੀਤੇ ਨੇ ਜਾਂ ਡਿਸਕਸ ਕੀਤੇ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਫਿਰ ਵੀ ਕੋਈ ਪ੍ਰੋਬਲਮ ਹੋਏ, ਕੋਈ ਡਾਊਟ ਹੋਏ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਾਂ WhatsApp ਦੇ ਥਰੂ ਪੁੱਛ ਸਕਦੇ ਹੋ। ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਕਰਨਾ ਅਤੇ ਆਪਣੇ ਹੋਰ ਫਰੈਂਡਸ ਅਤੇ ਸਟੂਡੈਂਟਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ। ਅਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕਸ।